ਬੁੱਲੇ ਸ਼ਾਹ ਸਮਰਨਾ ਨਾਹੀ ਗੌਰ ਪਿਆ ਕੋਈ ਹੋਰ। ਕਿਸੇ ਵੀ ਜ਼ਬਾਨ ਦੇ ਅਦਬ ਵਿੱਚ ਕਲਾਸਿਕੀ ਰਿਵਾਇਤ ਦੀ ਅਹਿਮੀਅਤ ਬਹੁਤ ਜ਼ਿਆਦਾ ਹੁੰਦੀ ਹੈ। ਪੰਜਾਬੀ ਜ਼ਬਾਨ ਇਸ ਪੱਖੋਂ ਬਹੁਤ ਖੁਸ਼ਕਿਸਮਤ ਹੈ ਕਿ ਇਹਦੀ ਝੋਲੀ ਸੂਫੀਆਨਾ ਵਿਚਾਰਾਂ ਨਾਲ ਭਰੀ ਹੋਈ ਹੈ, ਜਿਹੜੀ ਕਿ ਲਗਭਗ 800 ਸਾਲਾ ਦੌਰ 'ਤੇ ਮੁਸ਼ਤਮਿਲ ਹੈ। ਅੱਜ ਦੀ ਵੀਡੀਓ ਵਿੱਚ ਅਸੀਂ ਗੱਲ ਕਰਾਂਗੇ ਇੱਕ ਐਸੀ ਅਜ਼ੀਮ ਸ਼ਖਸੀਅਤ ਦੇ ਬਾਰੇ ਜਿਨ੍ਹਾਂ ਦੇ ਨਾ ਸਿਰਫ ਮੁਸਲਮਾਨ ਬਲਕਿ ਸਿੱਖ ਤੇ ਹਿੰਦੂ ਵੀ ਪਰਸਤਾਰ ਸਨ, ਤੇ ਇਸ ਤੋਂ ਇਲਾਵਾ ਅਸੀਂ ਇਹ ਵੀ ਜਾਣਾਂਗੇ ਕਿ ਉਹ ਕੀ ਵਜ੍ਹਾ ਸੀ ਜਿਸ ਵਜ੍ਹਾ ਤੋਂ ਬਾਬਾ ਬੁੱਲੇ ਸ਼ਾਹ ਹੋਰਾਂ ਦਾ ਜਨਾਜ਼ਾ ਸ਼ਹਿਰ ਦੇ ਮੌਲਵੀਆਂ ਨੇ ਪੜ੍ਹਾਉਣ ਤੋਂ ਇਨਕਾਰ ਕਰ ਦਿੱਤਾ ਸੀ ਤੇ ਉਹਨਾਂ ਤੇ ਕੁਫਰ ਦੇ ਫਤਵੇ ਵੀ ਲਾਏ ਸੀ। ਸੈਯਦ ਬੁੱਲੇ ਸ਼ਾਹ ਪੰਜਾਬੀ ਦਾ ਨਵੇਕਲਾ ਤੇ ਸਰਕੜਵਾਂ ਸੂਫੀ ਸ਼ਾਇਰ ਹੈ, ਜਿਹਦੇ ਤੋਂ ਬਗੈਰ ਸ਼ਾਇਰੀ ਦੀ ਤਾਰੀਖ ਤੇ ਤਸਵੁਫ ਦਾ ਜ਼ਿਕਰ ਮੁਕੰਮਲ ਨਹੀਂ ਹੋ ਸਕਦਾ। ਸ਼ਰਅ ਤੇ ਇਸ਼ਕ ਦਾ ਜਿਹੜਾ ਹੋਵੇ ਜਾਂ ਰਿਆਕਾਰੀ ਤੇ ਮੁਨਾਫਕਤ ਦੀ ਮੁਜ਼ੰਮਤ ਹੋਵੇ, ਸ਼ਰੀਅਤ ਦੀ ਮੰਜ਼ਿਲ ਹੋਵੇ ਜਾਂ ਤਰੀਕਤ ਦੀ ਵਾਟ, ਤਸਵੁਫ ਦੀਆਂ ਮੰਜ਼ਲਾਂ ਦਾ ਸਫ਼ਰ ਹੋਵੇ ਜਾਂ ਦਰਵੇਸ਼ੀ ਦੀ ਰਾਹ, ਆਪਣੀ ਜ਼ਾਤ ਦੀ ਪਛਾਣ ਹੋਵੇ ਜਾਂ ਆਖਰਤ ਦੀ ਫਿਕਰ, ਹਰ ਥਾਂ ਸਾਨੂੰ ਸੈਯਦ ਬੁੱਲੇ ਸ਼ਾਹ ਦੂਜੇ ਸ਼ਾਇਰਾਂ ਤੇ ਅਦੀਬਾਂ ਨਾਲੋਂ ਵੱਖਰਾ ਤੇ ਨਵੇਕਲਾ ਵਿਖਾਈ ਦਿੰਦਾ ਹੈ। ਉਹਨਾਂ ਦਾ ਵੱਖਰਾ ਰੰਗ ਤੇ ਢੰਗ ਸੀ ਤੇ ਲਹਿਜਾ ਦੁਬੰਗ ਤੇ ਬੇਬਾਕ ਸੀ। ਉਹਨਾਂ ਦੀ ਵੱਖਰੀ ਤੇ ਨਵੇਕਲੀ ਸੋਚ ਸੀ। ਆਪ ਦਾ ਅਸਲ ਨਾਂ ਸੈਯਦ ਮੁਹੰਮਦ ਅਬਦੁੱਲਾ ਸ਼ਾਹ ਜਦਕਿ ਤਖੱਲੁਸ ਬੁੱਲੇ ਸ਼ਾਹ ਸੀ। ਆਪ 1680 ਨੂੰ ਸੈਯਦ ਮੁਹੰਮਦ ਦਰਵੇਸ਼ ਦੇ ਘਰ ਬਾਵਲਪੁਰ ਦੇ ਕਸਬੇ ਉੱਚ ਗਿਲਾਨੀਆਂ ਵਿੱਚ ਪੈਦਾ ਹੋਏ। ਬਾਅਦ ਵਿੱਚ ਆਪ ਦੇ ਵਾਲਿਦ ਜ਼ਿਲ੍ਹਾ ਕਸੂਰ ਦੇ ਨੇੜੇ ਇੱਕ ਪਿੰਡ ਪਾਂਡੋਕੀ ਵਿੱਚ ਆ ਵਸੇ। ਬੁੱਲੇ ਸ਼ਾਹ ਨੇ ਮਿਡਲੀ ਤਾਲੀਮ ਆਪਣੇ ਵਾਲਿਦ ਕੋਲੋਂ ਹਾਸਿਲ ਕੀਤੀ ਤੇ ਦੀਨੀ ਤਾਲੀਮ ਲਈ ਕਸੂਰ ਦੇ ਮਸ਼ਹੂਰ ਖਤੀਬ ਮੌਲਵੀ ਹਾਫਿਜ਼ ਗੁਲਾਮ ਮੁਰਤਜ਼ਾ ਕੋਲ ਗਏ ਤੇ ਰੂਹਾਨੀ ਫੈਜ਼ ਹਾਸਲ ਕਰਨ ਲਈ ਲਾਹੌਰ ਵਿੱਚ ਸ਼ਾਹ ਇਨਾਇਤ ਕਾਦਰੀ ਦੇ ਹੱਥ ਤੇ ਬੈਤ ਕਰ ਲਈ। ਬੁੱਲੇ ਸ਼ਾਹ ਸੈਯਦ ਸਨ ਤੇ ਸ਼ਾਹ ਇਨਾਇਤ ਕਾਦਰੀ ਅਰਾਈ ਸਨ। ਇਸੇ ਲਈ ਲੋਕਾਂ ਨੇ ਬੁੱਲੇ ਸ਼ਾਹ ਨੂੰ ਸ਼ਾਹ ਇਨਾਇਤ ਕਾਦਰੀ ਦੀ ਬੈਤ ਦੀ ਵਜ੍ਹਾ ਤੋਂ ਤਾਨੇ ਮਿਹਣੇ ਮਾਰਨੇ ਸ਼ੁਰੂ ਕਰ ਦਿੱਤੇ, ਜਿਸ ਤੇ ਬੁੱਲੇ ਸ਼ਾਹ ਫਰਮਾਉਂਦੇ ਨੇ, ਜਿਹੜਾ ਸਾਨੂੰ ਸੈਯਦ ਆਖੇ ਦੋਜ਼ਖ ਮਿਲਣ ਸਜ਼ਾਈਆਂ, ਜੇ ਕੋਈ ਸਾਨੂੰ ਰਾਈ ਆਖੇ ਬਹਿਸ਼ਤੀ ਪੀਂਘਾਂ ਪਾਈਆਂ। ਬੁੱਲੇ ਸ਼ਾਹ ਇੱਕ ਆਬਿਦ ਤੇ ਜ਼ਾਹਿਦ ਬਜ਼ੁਰਗ ਸਨ। ਉਹਨਾਂ ਨੇ ਪੰਜਾਬੀ ਜ਼ਬਾਨ ਵਿੱਚ ਮਾਰਫਤ ਤੇ ਤੌਹੀਦ ਬਾਰੇ ਸ਼ੇਰ ਆਖੇ ਨੇ। ਉਹ ਮਹਿਵੀਅਤ ਦੇ ਆਲਮ ਵਿੱਚ ਰਹਿੰਦੇ ਸਨ ਤੇ ਉਹਨਾਂ ਦੀਆਂ ਕਾਫੀਆਂ ਮਾਰਫਤ ਭਰੀਆਂ ਨੇ। ਇਸ ਤੋਂ ਅੱਡ ਉਹਨਾਂ ਦੀ ਸ਼ਾਇਰੀ ਵਿੱਚ ਸ਼ੁਰੂ ਤੋਂ ਲੈ ਕੇ ਆਖਿਰ ਤੱਕ ਤੌਹੀਦ ਹੀ ਤੌਹੀਦ ਨਜ਼ਰ ਆਉਂਦੀ ਹੈ। ਬਾਬਾ ਬੁੱਲੇ ਸ਼ਾਹ ਜਦੋਂ ਇਸ ਤੌਹੀਦ ਦੇ ਰੰਗ ਵਿੱਚ ਆਪਣੇ ਆਪ ਨੂੰ ਰੰਗ ਲੈਂਦੇ ਸੀ ਤੇ ਫਿਰ ਉਹਨਾਂ ਨੂੰ ਆਪਣੀ ਜ਼ਾਤ ਤੇ ਰੱਬ ਦੀ ਜ਼ਾਤ ਵਿੱਚ ਕੋਈ ਫਰਕ ਨਜ਼ਰ ਨਹੀਂ ਸੀ ਆਉਂਦਾ। ਰਾਂਝਾ ਰਾਂਝਾ ਕਰਦੀ ਨੀ ਮੈਂ ਆਪੇ ਰਾਂਝਾ ਹੋਈ, ਸੱਦੋ ਨੀ ਮੈਨੂੰ ਦੀਦੋ ਰਾਂਝਾ ਹੀਰ ਨਾ ਆਖੇ ਕੋਈ। ਰਾਂਝਾ ਮੈਂ ਵਿੱਚ ਮੈਂ ਰਾਂਝੇ ਵਿੱਚ ਹੋਰ ਖਿਆਲ ਨਾ ਕੋਈ, ਮੈਂ ਨਹੀਂ ਉਹ ਆਪ ਹੀ ਏ ਆਪਣੀ ਆਪ ਕਰੇ ਦਿਲ ਜੋਈ। ਨਵੇਕਲੀ ਗੱਲ ਜਿਹੜੀ ਬਾਬਾ ਬੁੱਲੇ ਸ਼ਾਹ ਨੂੰ ਪੰਜਾਬੀ ਦੇ ਪਹਿਲੇ ਸੂਫੀ ਸ਼ਾਇਰਾਂ ਕੋਲੋਂ ਵੱਖਰਿਆਂ ਕਰਦੀ ਏ, ਉਹ ਉਹਨਾਂ ਦੇ ਇਲਮ ਤੇ ਅਮਲ ਦੀ ਸੰਗਤ ਏ। ਦੂਜਾ, ਬਾਬੇ ਬੁੱਲੇ ਸ਼ਾਹ ਹੋਰੀ ਅਮਲ ਤੇ ਬਹੁਤਾ ਜ਼ੋਰ ਦਿੰਦੇ ਨੇ, ਕਿਉਂ ਜੇ ਅਗਲੇ ਜਹਾਨ ਅਮਲਾਂ ਉੱਤੇ ਹੀ ਨਬੇੜੇ ਹੋਣੇ ਨੇ। ਬਾਬਾ ਬੁੱਲੇ ਸ਼ਾਹ ਫਰਮਾਉਂਦੇ ਨੇ ਕਿ ਉੱਥੇ ਅਮਲਾਂ ਦੇ ਹੋਣੇ ਨੇ ਨਬੇੜੇ, ਕਿਸੇ ਨੇ ਤੇਰੀ ਜ਼ਾਤ ਪੁੱਛਣੀ। ਇਸ ਤੋਂ ਇਲਾਵਾ ਬਾਬਾ ਬੁੱਲੇ ਸ਼ਾਹ ਹੋਰਾਂ ਦਾ ਕਲਾਮ ਵਿੱਚ ਹੱਕ ਗੋਈ ਤੇ ਬੇਬਾਕੀ ਵਾਜ਼ਿਹ ਨਜ਼ਰ ਆਉਂਦੀ ਹੈ। ਆਪ ਦੀਆਂ ਕਾਫੀਆਂ ਵਿੱਚ ਫਲਸਫਾ, ਵਾਹਦਤੁਲ ਵਜੂਦ, ਤੌਹੀਦ, ਇਸ਼ਕ ਰਸੂਲ, ਜ਼ਾਤ ਦੀ ਨਫੀ ਤੇ ਮੁਰਸ਼ਿਦ ਨਾਲ ਅਕੀਦਤ ਮਿਲਦੀ ਹੈ। ਉਹਨਾਂ ਦੀ ਵੱਡੀ ਖੂਬੀ ਇਹ ਵੀ ਹੈ ਬਈ ਖੁਦ ਆਲਿਮ ਫਾਜ਼ਿਲ ਹੋਣ ਦੇ ਬਾਵਜੂਦ ਉਹਨਾਂ ਨੇ ਪੰਜਾਬੀ ਨੂੰ ਇਜ਼ਾਰ ਦਾ ਵਸੀਲਾ ਬਣਾਇਆ ਤਾਂ ਕਿ ਆਮ ਬੰਦਾ ਵੀ ਉਹਨਾਂ ਦੀ ਗੱਲ ਸਮਝ ਸਕੇ। ਆਪ ਦੀ ਆਲਾ ਇਨਸਾਨੀ ਇਕਦਾਰ ਤੇ ਫਿਕਰੋ ਅਮਲ ਦੇ ਪਾਰੋਂ ਹਿੰਦੂ, ਮੁਸਲਮਾਨ ਤੇ ਸਿੱਖ ਤੇ ਇਸ ਤੋਂ ਇਲਾਵਾ ਸਾਰੇ ਮਜ਼ਹਬਾਂ ਦੇ ਲੋਕ ਉਹਨਾਂ ਨਾਲ ਯਕਸਾ ਮੁਹੱਬਤ ਕਰਦੇ ਸੀ।
ਬੁੱਲੇ ਸ਼ਾਹ ਦੀ ਇਸ ਸੋਚ ਤੇ ਅਮਲ ਦੇ ਪਾਰੋਂ ਮਕਾਮੀ ਮੌਲਵੀਆਂ ਨੇ ਉਹਨਾਂ ਦਾ ਜਨਾਜ਼ਾ ਪੜ੍ਹਾਉਣ ਤੋਂ ਇਨਕਾਰ ਕਰ ਦਿੱਤਾ ਸੀ ਤੇ ਇੱਕ ਰਿਵਾਇਤ ਦੇ ਮੁਤਾਬਿਕ ਹਿਜੜਿਆਂ ਨੇ ਉਹਨਾਂ ਨੂੰ ਇੱਕ ਵੀਰਾਨੇ ਵਿੱਚ ਦਫਨ ਕੀਤਾ ਸੀ, ਕਿਉਂ ਜੇ ਬਿਰਾਦਰੀ ਦੇ ਕਬਰਿਸਤਾਨ ਵਿੱਚ ਵੀ ਉਹਨਾਂ ਨੂੰ ਦਫਨ ਕਰਨ ਦੀ ਇਜਾਜ਼ਤ ਨਹੀਂ ਸੀ ਦਿੱਤੀ ਗਈ। ਅੱਜ ਉਹਨਾਂ ਦੇ ਮਜ਼ਾਰ ਤੇ ਹਜ਼ਾਰਾਂ ਲੋਕ ਹਾਜ਼ਰੀ ਦਿੰਦੇ ਨੇ ਤੇ ਬਾਬਾ ਬੁੱਲੇ ਸ਼ਾਹ ਹੋਰੀ ਕਰੋੜਾਂ ਅਕੀਦਤਮੰਦਾਂ ਦੇ ਦਿਲਾਂ ਵਿੱਚ ਵਸਦੇ ਨੇ, ਜਦ ਕਿ ਉਹਨਾਂ ਮਦਾਰੀ ਮੌਲਵੀਆਂ ਦਾ ਕੋਈ ਨਾਂ ਤੱਕ ਨਹੀਂ ਜਾਣਦਾ। ਬੁੱਲੇ ਸ਼ਾਹ ਹੋਰੀ ਫਰਮਾਉਂਦੇ ਨੇ ਕਿ ਬੁੱਲੇ ਸ਼ਾਹ ਅਸਾਂ ਮਰਨਾ ਨਹੀਂ, ਗੌਰ ਪਿਆ ਕੋਈ ਹੋਰ। ਪੜ੍ਹ ਪੜ੍ਹ ਆਲਿਮ ਫਾਜ਼ਿਲ ਹੋਇਓ, ਕਦੇ ਆਪਣੇ ਆਪ ਨੂੰ ਪੜ੍ਹਿਆ ਹੀ ਨੂੰ। ਜਾ ਜਾ ਵੜਦਾ ਏ ਮਸਜਿਦਾਂ ਮੰਦਰਾਂ ਅੰਦਰ, ਕਦੇ ਮਨ ਆਪਣੇ ਵਿੱਚ ਵੜਿਆ ਹੀ ਨੂੰ। ਐਵੇਂ ਰੋਜ਼ ਸ਼ੈਤਾਨ ਨਾਲ ਲੜਦਾ ਏ, ਕਦੇ ਨਫਸ ਆਪਣੇ ਨਾਲ ਲੜਿਆ ਹੀ ਨੂੰ। ਬੁੱਲੇ ਸ਼ਾਹ ਅਸਮਾਨੀ ਉੱਡਦੀਆਂ ਫੜਦਾ ਏ, ਜਿਹੜਾ ਘਰ ਬੈਠੇ ਉਹਨੂੰ ਫੜਿਆ ਹੀ ਨੂੰ।